ਜਥੇਦਾਰ ਸਾਹਿਬ ਵੱਲੋਂ ਵੀ ਇਹ ਐਲਾਨ ਹੋਇਆ ਸੀਗਾ ਵੀ ਜਿਹੜੇ ਕੀਰਤਨ ਆ ਇਹ ਤੰਤੀ ਸਾਜ਼ਾਂ ਦੇ ਨਾਲ ਹੀ ਕੀਤਾ ਜਾਵੇ। ਹਜੇ ਤੱਕ ਨਹੀਂ ਲਾਗੂ ਹੋਇਆ, ਕਿੱਥੇ ਕਮੀ ਹੈ? ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਲਾਗੂ ਕਰਾਂਗੇ, ਹਾਰਮੋਨੀਅਮ ਨੂੰ ਅਸੀਂ ਬੰਦ ਕਰਾਂਗੇ। ਤਾਂ ਉਹਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਹਾਰਮੋਨੀਅਮ ਨੂੰ ਬਿਲਕੁਲ ਬੰਦ ਕਰ ਦੇਣਾ। ਇਸ ਵਿੱਚ ਕੁਝ ਕੀਰਤਨੀਆਂ ਨੇ ਇਹ ਵੀ ਕਿਹਾ ਕਿ ਜੀ ਇਹ ਪੋਸੀਬਲ ਨਹੀਂ ਹੈ। ਉਹ ਆਪਣੀ ਜਗ੍ਹਾ ਬਿਲਕੁਲ ਠੀਕ ਨੇ। ਨਹੀਂ, ਉਹ ਕਹਿ ਰਹੇ ਨੇ ਵੀ ਸਿੱਖੇ ਨਹੀਂ ਹੈਗੇ ਕੀਰਤਨੀ। ਹਾਂ, ਉਹ ਕੀਰਤਨੀਆਂ ਕਿਉਂਕਿ ਉਹਨਾਂ ਨੂੰ ਕੀਰਤਨ ਇਸ ਤਰ੍ਹਾਂ ਸਿਖਾਇਆ ਹੀ ਨਹੀਂ ਗਿਆ। ਸ਼੍ਰੋਮਣੀ ਕਮੇਟੀ ਇਸ ਦੇ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ। ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਲਈ ਤੰਤੀ ਸਾਜ਼ ਦੇ ਉੱਤੇ ਵੀ ਮੁਹਾਰਤ ਚਾਹੀਦੀ ਹੈ, ਗਾਇਨ ਉੱਤੇ ਵੀ ਮੁਹਾਰਤ ਚਾਹੀਦੀ ਹੈ। ਉਹਦੇ 'ਚ ਜਿਹੜਾ ਸਾਡੀ ਇੱਕ ਬੜੀ ਵੱਡੀ ਸਮੱਸਿਆ ਹੈ ਕਿ ਸਾਡੀਆਂ ਜਿਹੜੀਆਂ ਕੀਰਤਨ ਦੀਆਂ ਸੰਸਥਾਵਾਂ ਨੇ, ਮਿਸ਼ਨਰੀ ਕਾਲਜਸ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਵਿੱਚ ਅਸੀਂ ਪੂਰਨ ਰੂਪ ਦੇ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿਖਲਾਈ ਨਹੀਂ ਦੇ ਰਹੇ। ਡਾਕਟਰ ਸਾਹਿਬ, ਤੁਸੀਂ ਤੰਤੀ ਸਾਜ਼ਾਂ ਨੂੰ ਜਿਹੜਾ ਇੰਟਰੋਡਿਊਸ ਕਰਾਇਆ, ਰਬਾਬ ਹੋਵੇ, ਤਾਉਸ ਹੋਵੇ, ਦਿਲਰਬਾ, ਤੁਸੀਂ ਲੋਕਾਂ ਨੂੰ ਇਹਦੀ ਮੁੜ ਸਰਜੀਤੀ ਕਰਾਈ ਹੈ ਨਾ। ਤੁਹਾਡੇ ਵਿਦਿਆਰਥੀ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਨੇ, ਤੁਹਾਡੇ ਵਿਦਿਆਰਥੀ ਤੰਤੀ ਸਾਜ਼ ਨੂੰ ਸਾਈਡ 'ਤੇ ਵਜਾਉਂਦੇ ਨੇ, ਹੈ ਨਾ। ਜਥੇਦਾਰ ਸਾਹਿਬ ਵੱਲੋਂ ਵੀ ਇਹ ਐਲਾਨ ਹੋਇਆ ਸੀਗਾ ਵੀ ਜਿਹੜੇ ਕੀਰਤਨ ਆ ਇਹ ਤੰਤੀ ਸਾਜ਼ਾਂ ਦੇ ਨਾਲ ਹੀ ਕੀਤਾ ਜਾਵੇ। ਹਜੇ ਤੱਕ ਨਹੀਂ ਲਾਗੂ ਹੋਇਆ, ਕਿੱਥੇ ਕਮੀ ਆ? ਪਹਿਲੀ ਤਾਂ ਗੱਲ ਹੈ ਕਿ ਜਿਨ੍ਹਾਂ ਵੀ ਵਿਅਕਤੀਆਂ ਜਾਂ ਸੰਸਥਾਵਾਂ ਨੇ ਗੁਰਮਤਿ ਸੰਗੀਤ ਦੇ ਤੰਤੀ ਸਾਜ਼ਾਂ ਦੇ ਲਈ ਕਾਰਜ ਕੀਤਾ, ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ, ਸਾਰਿਆਂ ਦਾ ਨੂੰ ਧੰਨਵਾਦ ਪੇਸ਼ ਕਰਦਾ ਕਿ ਸਾਰਿਆਂ ਨੇ ਆਪੋ ਆਪਣੇ ਸਮੇਂ ਉੱਤੇ ਇਹਨਾਂ ਦੀ ਪੁਨਰ ਸੁਰਜੀਤੀ ਦੇ ਲਈ ਔਰ ਇਸ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਆਪੋ ਆਪਣਾ ਯੋਗਦਾਨ ਪਾਇਆ। ਜਦੋਂ ਤੱਕ ਸਾਡੀ ਤੁੱਛ ਜਿਹੜੀ ਸੇਵਾ ਹੈ ਉਹ ਇਹ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਗੁਰਮਤਿ ਸੰਗੀਤ ਡਿਪਾਰਟਮੈਂਟ ਅਸੀਂ ਬਣਾਇਆ, ਗੁਰਮਤਿ ਸੰਗੀਤ ਚੇਅਰ ਜਿਹੜੀ ਸੀ 2003 ਦੇ ਵਿੱਚ ਬੀਬੀ ਜਸਵੀਰ ਕੌਰ ਜੀ ਖਾਲਸਾ ਔਰ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੀ ਉਦਮ ਦੇ ਨਾਲ 2003 ਵਿੱਚ ਸਥਾਪਿਤ ਕੀਤੀ, ਵਾਈਸ ਚਾਂਸਲਰ ਸਰਦਾਰ ਸਵਰਨ ਸਿੰਘ ਬੋਪਾਰਾਏ ਹੋਰਾਂ ਦੇ ਟਾਈਮ ਦੇ ਵਿੱਚ। ਤਾਂ ਉਸ ਵੇਲੇ ਸਾਡੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਮਰਦਾਨੇ ਦੀ ਰਬਾਬ ਕਿੱਥੇ ਗਈ, ਰਬਾਬ ਦੀ ਪੁਨਰ ਸੁਰਜੀਤੀ ਦੀ। ਸੋ ਉਸ ਲਈ ਰਬਾਬ ਦੀ ਪੁਨਰ ਸੁਰਜੀਤੀ ਅਸੀਂ ਕਰਨ ਦੇ ਲਈ ਰਬਾਬ ਦਾ ਜਿਹੜਾ ਸਿੱਖ ਸੰਸਕਰਣ ਹੈ ਵੀ ਸਿੱਖ ਸੰਗੀਤ ਵਿੱਚ ਕਿਹੜਾ ਰਬਾਬ ਪ੍ਰਚਲਿਤ ਸੀ, ਉਸ ਤੇ ਖੋਜ ਕਰਵਾਈ, ਉਸ ਦੀ ਘਾੜਤ ਕਢਵਾਈ, ਉਸ ਦਾ ਇੱਕ ਵਰਜ਼ਨ ਜਿਹੜਾ ਸਟੂਡੈਂਟ ਵਰਜ਼ਨ ਹੈ ਉਹ ਤਿਆਰ ਕਰਵਾਇਆ, ਵੱਖ-ਵੱਖ ਰਬਾਬਾਂ ਵਾਲਿਆਂ ਨੂੰ ਬੁਲਾ ਕੇ ਉਹਦੀ ਸਿਖਲਾਈ ਕਰਵਾਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਔਰ ਫਿਰ ਉਹਦੇ ਵਿੱਚੋਂ ਅਸੀਂ ਤੰਤੀ ਸਾਜ਼ ਦੂਸਰੇ ਵੀ ਸਿਖਾਏ। ਔਰ ਫਿਰ ਮੈਨੂੰ ਯਾਦ ਹੈ ਕਿ ਅਸੀਂ ਗੁਰਮਤਿ ਸੰਗੀਤ ਪ੍ਰਤੀਯੋਗਤਾ ਕਰਦੇ ਹੁੰਦੇ ਸੀ ਔਰ ਉਸ ਵਿੱਚ ਸਾਡੇ 25-30 ਵਿਦਿਆਰਥੀਆਂ ਨੇ ਇਕੱਠੇ ਇੱਕ ਸਾਜ਼ੀਨਾ ਵਜਾਇਆ, ਗੁਰਮਤਿ ਸੰਗੀਤ ਸਾਜ਼ੀਨਾ। ਤੰਤੀ ਸਾਜ਼ਾਂ ਦੇ ਨਾਲ ਇੱਕ ਵੱਡੀ ਧੁਨ ਦਾ ਵਾਦਨ ਕੀਤਾ ਔਰ ਉਸ ਵਿੱਚ ਸਾਡੇ ਜਿਹੜੇ ਉਸ ਵੇਲੇ ਦੇ ਵਾਈਸ ਚਾਂਸਲਰ ਸਾਡੇ ਮੇਰੇ ਪਰਮ ਸਤਿਕਾਰਯੋਗ ਮੇਰੇ ਵੀਰ ਡਾਕਟਰ ਜਸਪਾਲ ਸਿੰਘ ਜੀ ਉਹ ਸੀ, ਔਰ ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਬੀਬੀ ਜਸਵੀਰ ਕੌਰ ਖਾਲਸਾ ਜੀ, ਪ੍ਰੋਫੈਸਰ ਕਰਤਾਰ ਸਿੰਘ ਜੀ, ਸਾਰੇ ਬੈਠੇ ਸੀ। ਔਰ ਬੱਚਿਆਂ ਨੇ ਇੰਨਾ ਅੱਛਾ ਉਹ ਵਾਦਨ ਕੀਤਾ, ਸਾਰੇ ਬਹੁਤ ਪ੍ਰਸੰਨ ਹੋਏ ਕਿ ਸਦੀਆਂ ਬਾਅਦ ਜਿਹੜੇ ਸਾਜ਼ ਅਲੋਪ ਹੋ ਚੁੱਕੇ ਸੀ, ਜਿਨ੍ਹਾਂ ਨੂੰ ਕੀਰਤਨੀਏ ਵੀ ਭੁੱਲ ਚੁੱਕੇ ਸੀ, ਦਰਬਾਰ ਸਾਹਿਬ ਤੋਂ ਪਰੰਪਰਾ ਹੈ ਹੀ ਨਹੀਂ, ਤਾਂ ਇਹ ਵਿਦਿਆਰਥੀਆਂ ਨੇ, ਕੱਲ੍ਹ ਦੇ ਵਿਦਿਆਰਥੀਆਂ ਨੇ ਇੰਨਾ ਅੱਛਾ ਵਾਦਨ ਕੀਤਾ। ਔਰ ਅਸੀਂ ਨਵੀਂ ਜਨਰੇਸ਼ਨ ਨੂੰ ਇਸ ਪਰੰਪਰਾ ਨਾਲ ਜੋੜਨ ਵਿੱਚ ਕਾਮਯਾਬ ਰਹੇ ਹਾਂ। ਕਿਉਂ ਨਾ ਇਸ ਪਰੰਪਰਾ ਨੂੰ ਦਰਬਾਰ ਸਾਹਿਬ ਤੋਂ ਅਸੀਂ ਉਸ ਨੂੰ ਲਾਗੂ ਕਰੀਏ। ਤਾਂ ਉੱਥੇ ਹੀ ਜਥੇਦਾਰ ਅਵਤਾਰ ਸਿੰਘ ਹੋਰਾਂ ਨੇ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਔਰ ਮੈਨੂੰ ਕਿਹਾ ਕਿ ਤੁਸੀਂ ਉੱਥੇ ਆ ਕੇ ਦਰਬਾਰ ਸਾਹਿਬ ਆਪ ਕੀਰਤਨ ਕਰੋ ਔਰ ਮੈਂ ਇਸ ਨੂੰ ਪੁਨਰ ਜਿਹੜਾ ਲਾਗੂ ਉੱਥੇ ਕਰਨਾ ਚਾਹੁੰਦਾ ਤਾਂ ਕਿ ਤੰਤੀ ਸਾਜ਼ਾਂ ਨਾਲ ਉੱਥੇ ਕੀਰਤਨ ਮੁੜ ਕੇ ਸ਼ੁਰੂ ਹੋ ਸਕੇ। ਸੋ ਸਮੇਂ-ਸਮੇਂ ਐਫਰਟ ਹੁੰਦੇ ਰਹੇ ਨੇ। ਉਦੋਂ ਫਿਰ ਅਸੀਂ 2006 ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਅਸੀਂ ਆਪਣੇ ਸਟੂਡੈਂਟ ਲੈ ਕੇ ਗਏ ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਆਪਣੇ ਵਿਦਿਆਰਥੀ ਲੈ ਕੇ ਆਏ ਔਰ ਅਸੀਂ ਦੋਹਾਂ ਨੇ ਉੱਥੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਇਸ ਨੂੰ ਪੁਨਰ ਜਿਹੜਾ ਹੈ ਇਹਦਾ ਆਰੰਭ ਉੱਥੇ ਹੋਇਆ। ਉਸ ਨਾਲ ਕੀ ਹੋਇਆ ਕਿ ਸਾਡੇ ਜਥੇਦਾਰ ਅਵਤਾਰ ਸਿੰਘ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਕੋਈ 15 ਤੋਂ 20 ਦੇ ਕਰੀਬ ਜਿਹੜੇ ਸਾਡੇ ਤੰਤੀ ਸਾਜ਼ ਸੀ, ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਸਾਡੇ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੂੰ ਉੱਥੇ ਉਹਨਾਂ ਨੇ ਨਿਯੁਕਤ ਕਰ ਲਿਆ ਔਰ ਇਹ ਪਰੰਪਰਾ ਬਣ ਗਈ ਕਿ ਜਿਹੜਾ ਲਾਈਵ ਕੀਰਤਨ ਹੈ ਉਸ ਵਿੱਚ ਜਿਹੜਾ ਚੌਥਾ ਕੀਰਤਨੀਆ ਹੈ ਉਹ ਤੰਤੀ ਸਾਜ਼ ਵਾਲਾ ਹੋਇਆ ਕਰੇਗਾ। ਔਰ ਫਿਰ ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਸਿਲਸਿਲਾ ਹੈ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕੀਤਾ ਗਿਆ। ਹੋਰ ਵੀ ਜੇ ਕੋਈ ਸਿੱਖਣਾ ਚਾਹੁੰਦਾ ਸੀ ਤਾਂ ਅਸੀਂ ਉਹਨਾਂ ਨੂੰ ਇੱਥੇ ਜਿਹੜੀ ਹੈ
ਫ੍ਰੀ ਸਿਖਲਾਈ ਵੀ ਦਿੰਦੇ ਸੀ, ਆਪਣੇ ਕੋਲ ਰੱਖਦੇ ਵੀ ਸੀ ਤਾਂ ਕਿ ਉਹ ਸਿੱਖ ਸਕਣ ਤੰਤੀ ਸਾਜ਼। ਔਰ ਦਰਬਾਰ ਸਾਹਿਬ ਉਹਨਾਂ ਦੀ ਭਰਤੀ ਦਾ ਇੰਤਜ਼ਾਮ ਤਾਂ ਹੋ ਹੀ ਗਿਆ ਸੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਆਫਰ ਕੀਤੀ ਕਿ ਬਲੈਂਕ ਚੈੱਕ ਦਿੱਤਾ ਕਿ ਜਿਹਨੂੰ ਮਰਜ਼ੀ ਤੁਸੀਂ ਭੇਜੋ, ਪਰ ਉਹਨੂੰ ਤੰਤੀ ਸਾਜ਼ ਵਜਾਉਣਾ ਆਉਣਾ ਚਾਹੀਦਾ। ਔਰ ਸਾਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਆਏ ਸਾਡੇ ਕੋਲ ਸਿੱਖਣ ਲਈ। ਔਰ ਨਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਗੁਰੂ ਘਰਾਂ ਦੇ ਵਿੱਚ ਵੀ, ਦੇਸ਼ ਵਿਦੇਸ਼ ਦੇ ਵਿੱਚ ਵੀ ਪਹਿਲਾਂ 3 ਕੀਰਤਨੀਏ ਹੁੰਦੇ ਸੀ, ਫਿਰ 4 ਕੀਰਤਨੀਏ ਹੋ ਗਏ। ਔਰ ਉਹਦੇ ਨਾਲ ਜਿੱਥੇ ਕੀਰਤਨੀਆਂ ਦੀ ਗਿਣਤੀ ਵਧੀ, ਉੱਥੇ ਨਾਲ ਹੀ ਇੱਕ ਤੰਤੀ ਸਾਜ਼ ਵਾਦਕ ਨੌਜਵਾਨ ਜਿਹੜਾ ਹੈ ਉਹ ਸਿੱਖੀ ਵੱਲ ਵੀ, ਗੁਰਮਤਿ ਸੰਗੀਤ ਵੱਲ ਵੀ, ਤੰਤੀ ਸਾਜ਼ਾਂ ਵੱਲ ਵੀ ਜਿਹੜਾ ਹੈ ਜੁੜਿਆ, ਆਕਰਸ਼ਿਤ ਹੋਇਆ। ਔਰ ਉਹਨੂੰ ਇੱਕ ਜਿਹੜਾ ਹੈ ਜੌਬ ਵੀ ਮਿਲੀ, ਪਲੇਸਮੈਂਟ ਵੀ ਮਿਲੀ। ਤਾਂ ਉਹਦੇ ਨਾਲ ਦਰਬਾਰ ਸਾਹਿਬ ਤੋਂ ਇਹ ਪਰੰਪਰਾ ਸ਼ੁਰੂ ਹੋ ਗਈ। ਹੁਣ ਅੱਗੇ ਮੁੱਦਾ ਇਹ ਆਉਂਦਾ ਕਿ ਉਸ ਤੋਂ ਬਾਅਦ ਵੀ ਕਈਆਂ ਨੇ ਐਫਰਟ ਕੀਤੇ ਨੇ। ਸਾਡੇ ਹੁਣ ਦੇ ਜਿਹੜੇ ਜਥੇਦਾਰ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਪਿੱਛੇ ਜੇ ਬੜਾ ਅੱਛਾ ਉਦਮ ਕੀਤਾ ਕਿ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੋਂ ਅਸੀਂ ਮੁੜ ਕੇ ਤੰਤੀ ਸਾਜ਼ਾਂ ਦੀ ਜਿਹੜੀ ਤੰਤੀ ਸਾਜ਼ਾਂ ਦੀ ਪਰੰਪਰਾ ਹੈ ਉਸ ਨੂੰ ਅਸੀਂ ਲਾਗੂ ਕਰਾਂਗੇ। ਉਹਨਾਂ ਨੇ ਕਿਹਾ ਸੀ ਕਿ ਅਸੀਂ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਲਾਗੂ ਕਰਾਂਗੇ, ਹਾਰਮੋਨੀਅਮ ਨੂੰ ਅਸੀਂ ਬੰਦ ਕਰਾਂਗੇ। ਤਾਂ ਉਹਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਹਾਰਮੋਨੀਅਮ ਨੂੰ ਬਿਲਕੁਲ ਬੰਦ ਕਰ ਦੇਣਾ ਜਾਂ ਕੋਈ ਐਸਾ ਅਸੀਂ ਫਰਮਾਨ ਜਾਰੀ ਕਰ ਦਿੱਤਾ। ਉਹਨਾਂ ਨੇ ਤਾਂ ਇੱਕ ਉਤਸ਼ਾਹ ਵਿੱਚ ਆ ਕੇ ਇੱਕ ਬਹੁਤ ਵਧੀਆ ਸੁਝਾਅ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰੇ, ਔਰ ਹੋਣਾ ਵੀ ਚਾਹੀਦਾ ਇਹਨਾਂ ਤੰਤੀ ਸਾਜ਼ਾਂ ਦੇ ਨਾਲ। ਔਰ ਪਰ ਉਹਦੇ 'ਚ ਜਿਹੜਾ ਸਾਡੀ ਇੱਕ ਬੜੀ ਵੱਡੀ ਸਮੱਸਿਆ ਹੈ ਕਿ ਸਾਡੀਆਂ ਜਿਹੜੀਆਂ ਕੀਰਤਨ ਦੀਆਂ ਸੰਸਥਾਵਾਂ ਨੇ, ਮਿਸ਼ਨਰੀ ਕਾਲਜਸ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਜਿੰਨੀਆਂ ਸੰਸਥਾਵਾਂ ਨੇ, ਉਹਨਾਂ ਵਿੱਚ ਅਸੀਂ ਪੂਰਨ ਰੂਪ ਦੇ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿਖਲਾਈ ਨਹੀਂ ਦੇ ਰਹੇ। ਈਵਨ ਕਿ ਜੇ ਤੁਸੀਂ ਬਾਹਰ ਵੀ ਦੇਖਦੇ ਹੋ ਤਾਂ ਬਹੁਤ ਸਾਰੇ ਜ਼ਿਆਦਾ ਜਿਹੜੇ ਕੀਰਤਨੀਏ ਨੇ ਹਾਰਮੋਨੀਅਮ ਨਾਲ ਉਹ ਕਰ ਰਹੇ ਨੇ। ਔਰ ਹਾਰਮੋਨੀਅਮ ਇਸ ਵੇਲੇ ਇੱਕ ਕਿਸਮ ਦਾ ਅਨਿੱਖੜ ਅੰਗ ਬਣ ਚੁੱਕਿਆ। ਇਹਨੂੰ ਹਟਾਉਣਾ ਕਿਉਂ ਹੈ ਅਤੇ ਤੰਤੀ ਸਾਜ਼ਾਂ ਨੂੰ ਲਾਉਣਾ ਕਿਉਂ ਹੈ, ਵੱਖਰਾ ਇੱਕ ਬੜਾ ਵੱਡਾ ਵਿਸ਼ਾ ਹੈ। ਔਰ ਉਸ ਨੂੰ ਲਾਉਣ ਦਾ ਕੀ ਢੰਗ ਹੋਵੇ, ਕਿਸ ਤਰ੍ਹਾਂ ਅਸੀਂ ਉਸ ਨੂੰ ਪੁਨਰ ਸੁਰਜੀਤ ਕਰ ਸਕਦੇ ਹਾਂ, ਇਹ ਇੱਕ ਬੜਾ ਵੱਡਾ ਵਿਸ਼ਾ ਹੈ। ਔਰ ਇਹ ਪੇਚੀਦਾ ਵਿਸ਼ਾ ਵੀ ਹੈ, ਔਰ ਇਸ 'ਤੇ ਗੱਲਬਾਤ ਵੀ ਹੋਣੀ ਚਾਹੀਦੀ ਹੈ, ਔਰ ਐਫਰਟ ਵੀ ਹੋਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਦਾ ਸਵਾਗਤ ਕੀਤਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਨੂੰ ਕਰਾਂਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਅਸੀਂ ਇਸ ਨੂੰ ਲਾਗੂ ਕਰਾਂਗੇ। ਨਿਰਸੰਦੇਹ ਬੜਾ ਇਹ ਐਲਾਨ ਬਹੁਤ ਅੱਛਾ ਸੀ ਔਰ ਹੋਣਾ ਵੀ ਚਾਹੀਦਾ, ਔਰ ਇਹਨੂੰ ਇੰਪਲੀਮੈਂਟ ਕਰਨ ਲਈ ਐਫਰਟ ਵੀ ਕਰਨੇ ਚਾਹੀਦੇ ਨੇ। ਇਸ ਵਿੱਚ ਕੁਝ ਕੀਰਤਨੀਆਂ ਨੇ ਇਹ ਵੀ ਕਿਹਾ ਕਿ ਜੀ ਇਹ ਪੋਸੀਬਲ ਨਹੀਂ ਹੈ। ਉਹ ਆਪਣੀ ਜਗ੍ਹਾ ਬਿਲਕੁਲ ਠੀਕ ਨੇ, ਉਹ ਕਹਿ ਰਹੇ ਨੇ ਵੀ ਸਿੱਖੇ ਨਹੀਂ ਹੈਗੇ ਕੀਰਤਨੀ। ਹਾਂ, ਉਹ ਕੀਰਤਨੀਆਂ ਕਿਉਂਕਿ ਉਹਨਾਂ ਨੂੰ ਕੀਰਤਨ ਇਸ ਤਰ੍ਹਾਂ ਸਿਖਾਇਆ ਹੀ ਨਹੀਂ ਗਿਆ। ਤਾਂ ਜੋ ਟ੍ਰੇਨਿੰਗ ਹੀ ਉਹਨਾਂ ਕੋਲ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ ਉਹ ਇੱਕਦਮ ਤੰਤੀ ਸਾਜ਼ ਫੜ ਲੈਣਗੇ ਔਰ ਕੀਰਤਨ ਕਰਨ ਲੱਗ ਪੈਣਗੇ। ਪਰ ਮੇਰਾ ਸੁਝਾਅ ਵੀ ਹੈ, ਔਰ ਮੈਂ ਚਾਹਾਂਗਾ ਵੀ, ਮੈਂ ਆਪ ਵੀ ਅਪਰੋਚ ਕਰਾਂਗਾ ਕਿ ਉਹਨਾਂ ਕੀਰਤਨੀਆਂ ਵਿੱਚੋਂ ਜਿਹੜੇ ਕੀਰਤਨੀਏ ਤੰਤੀ ਸਾਜ਼ ਨਾਲ ਕੀਰਤਨ ਕਰਨਾ ਚਾਹੁੰਦੇ ਨੇ, ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੋਵੇ ਔਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਨੂੰ ਤਰਜੀਹ ਵੀ ਦਿੱਤੀ ਜਾਵੇ। ਬਿਲਕੁਲ, ਉਹਨਾਂ ਨੂੰ ਤਰਜੀਹ ਦਿੱਤੀ ਜਾਵੇ, ਉਹਨਾਂ ਦੀ ਟ੍ਰੇਨਿੰਗ ਹੋਵੇ, ਉਹਨਾਂ ਦੀ ਓਰੀਐਂਟੇਸ਼ਨ ਹੋਵੇ, ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਖਾਸ ਵਿਸ਼ੇਸ਼ ਤੌਰ 'ਤੇ ਤੰਤੀ ਸਾਜ਼ਾਂ ਦੀ ਡਿਊਟੀ ਜਿਹੜੀ ਹੈ ਦਿੱਤੀ ਜਾਵੇ ਤਾਂ ਕਿ ਇਹ ਜਿਹੜਾ ਹੈ ਲਾਗੂ ਹੋ ਜਾਏ। ਇਹ ਸਾਡੀਆਂ ਸੀਮਾਵਾਂ ਨੇ ਕਿ ਸਾਡੀਆਂ ਜਿਹੜੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਨੇ, ਜਿਹੜੀਆਂ ਟ੍ਰੇਨਿੰਗ ਦੀਆਂ ਸੰਸਥਾਵਾਂ ਨੇ, ਉੱਥੇ ਅਸੀਂ ਇਹਨਾਂ ਨੂੰ ਇੰਪਲੀਮੈਂਟ ਨਹੀਂ ਕਰ ਸਕੇ। ਉੱਥੇ ਇੰਪਲੀਮੈਂਟ ਕਰਨਾ ਇਹਨਾਂ ਨੂੰ ਬੜਾ ਜ਼ਰੂਰੀ ਹੈ। ਔਰ ਉਹਨਾਂ ਨੂੰ 4-5 ਸਾਲ ਉਹਨਾਂ ਨੂੰ ਸਿਖਾਇਆ ਜਾਏ ਕੀਰਤਨੀਆਂ ਨੂੰ, ਔਰ ਫਿਰ ਉਹਨਾਂ ਨੂੰ ਅਭਿਆਸ ਕਰਵਾ ਕੇ ਵੱਖ-ਵੱਖ ਗੁਰੂ ਘਰਾਂ ਵਿੱਚ, ਜਿੰਨੇ ਵੀ ਗੁਰੂ ਘਰ ਨੇ ਉੱਥੇ ਵੀ ਤੰਤੀ ਸਾਜ਼ ਲਾਗੂ ਹੋਣੇ ਚਾਹੀਦੇ ਨੇ। ਉੱਥੋਂ ਫਿਰ ਅੱਛੇ ਕੀਰਤਨੀਏ ਚੁਣ ਕੇ ਸਾਨੂੰ ਦਰਬਾਰ ਸਾਹਿਬ ਭੇਜਣੇ ਚਾਹੀਦੇ ਨੇ। ਸ਼੍ਰੋਮਣੀ ਕਮੇਟੀ ਇਸ ਦੇ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਕਰ ਵੀ ਰਹੀ ਹੈ, ਉਹਨਾਂ ਨੇ ਐਲਾਨ ਵੀ ਕੀਤੇ ਨੇ, ਔਰ ਸੰਸਥਾਵਾਂ ਵੀ ਨੇ। ਜਿਵੇਂ ਵੈਸੇ ਕਰਤਾਰ ਸਿੰਘ ਜੀ ਦੀ ਸੰਸਥਾ ਹੈ, ਉੱਥੇ ਤੰਤੀ ਸਾਜ਼ ਸਿਖਾਏ ਜਾ ਰਹੇ ਨੇ, ਪਰ ਉਹਦੇ ਵਿੱਚ ਇਹ ਹੈ ਕਿ ਵੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਲਈ ਤੰਤੀ ਸਾਜ਼ ਦੇ ਉੱਤੇ ਵੀ ਮੁਹਾਰਤ ਚਾਹੀਦੀ ਹੈ, ਗਾਇਨ ਉੱਤੇ ਵੀ ਮੁਹਾਰਤ ਚਾਹੀਦੀ ਹੈ। 2 ਕਿਸਮ ਦੀ ਖਾਸ ਤੌਰ 'ਤੇ ਮੁਹਾਰਤ ਚਾਹੀਦੀ ਹੈ, ਤਾਂ ਹੀ ਕੋਈ ਤੰਤੀ ਸਾਜ਼ ਉੱਤੇ ਕੀਰਤਨ ਕਰ ਸਕਦਾ। ਔਰ ਬੜੀ ਵੱਡੀ ਸਾਧਨਾ ਦੀ ਜ਼ਰੂਰਤ ਹੈ। ਇਹ ਸੰਸਥਾਵਾਂ ਲੱਗੀਆਂ ਹੋਈਆਂ ਨੇ, ਔਰ ਕਿੰਨਾ ਕੁ ਸਫਲ ਹੈ, ਕਿੰਨਾ ਕੁ ਹੈ, ਉਹ ਆਪੋ ਆਪਣੇ ਸਾਹਮਣੇ ਆ ਜਾਏਗਾ। ਪਰ ਐਫਰਟ ਜ਼ਰੂਰ ਹੋ ਰਹੇ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਪਾਸੇ ਐਫਰਟ ਕਰ ਰਹੀ ਹੈ, ਔਰ ਹੋਰ ਐਫਰਟ ਹੋਣੇ ਚਾਹੀਦੇ ਨੇ।